ਅਸਲਾਮ ਵਾਲੇਕਮ। ਤੁਸੀਂ ਵੇਖ ਰਹੇ ਹੋ ਜ਼ਫਰ ਭਾਈ ਆਫੀਸ਼ੀਅਲ ਚੈਨਲ। ਅੱਜ ਦੇ ਵਲੌਗ 'ਚ ਤੁਹਾਡੇ ਵਾਸਤੇ ਕੀ ਲੈ ਕੇ ਆਇਆ ਜਨਾਬ, ਚਲੋ ਸ਼ੁਰੂ ਕਰੀਏ। ਹਾਂਜੀ ਜਨਾਬ, ਪਾਕਿਸਤਾਨ ਦਾ ਬਿਹਤਰੀਨ ਆਲਾ ਇੱਕ ਨੰਬਰ ਦਾ ਕਾਮੇਡੀਅਨ ਅਦਾਕਾਰ, ਔਰ ਸਿਰਫ ਕਾਮੇਡੀਅਨ ਨਹੀਂ ਸੀ, ਉਹਨਾਂ ਨੇ ਬਹੁਤ ਬਹੁਤ ਅੱਛੀਆਂ ਫਿਲਮਾਂ ਵੀ ਕੀਤੀਆਂ, ਜਿਨ੍ਹਾਂ 'ਚੋਂ ਸਰੇ ਫਹਿਰਿਸਤ ਦੋ ਚਾਰ ਫਿਲਮਾਂ ਸਾਲਾ ਸਾਹਿਬ ਸੀ। ਗੱਲ ਇਹ ਹੋ ਰਹੀ ਹੈ ਕਿ ਜਿਹੜਾ ਉਹਨਾਂ ਨਾਲ ਸਲੂਕ ਹੋਇਆ ਨਾ, ਉਸ 'ਤੇ ਆਪਾਂ ਗੱਲ ਕਰਨੀ ਹੈ ਕਿ ਕਦੀ ਇਸ ਤਰ੍ਹਾਂ ਵੀ ਹੋ ਸਕਦਾ ਵਾ। ਮਕਸਦ ਇਹ ਆ, 1942-43 'ਚ ਪੈਦਾ ਹੋਣ ਵਾਲਾ ਇਹ ਫਨਕਾਰ, ਇਹਨੇ ਬੇਹਿਸਾਬ ਸਟਰਗਲ ਕੀਤੀ, ਮਿਹਨਤ ਕੀਤੀ, ਛੋਟੇ ਛੋਟੇ ਰੋਲ ਕੀਤੇ। ਰੋਲ ਕਰਨ ਤੋਂ ਬਾਅਦ ਆਹਿਸਤਾ 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 ਅੱਗੇ ਆਇਆ, ਔਰ ਫਿਰ ਇੱਕ ਦਿਨ ਐਸਾ ਟਾਈਮ ਆਇਆ ਕਿ ਐਡੇ ਵੱਡੇ ਸੁਪਰਸਟਾਰ ਸੁਲਤਾਨ ਰਾਹੀ ਦੇ ਮੁਕਾਬਲ ਹੀਰੋ ਆਉਣਾ ਸ਼ੁਰੂ ਹੋ ਗਿਆ। ਇੱਕ ਸਾਈਡ 'ਤੇ ਇਹਨਾਂ ਦੀ ਫਿਲਮ 'ਚ ਜ਼ਿਆਦਾ ਰਸ਼ ਹੁੰਦਾ ਸੀ। ਕਿਉਂਕਿ ਇਹਦੇ 'ਚ ਕਹਾਣੀ ਵੀ ਅੱਛੀ ਹੁੰਦੀ ਸੀ, ਇੰਟਰਟੇਨਮੈਂਟ ਵੀ ਹੁੰਦੀ ਸੀ, ਔਰ ਹਰ ਲਿਹਾਜ਼ ਨਾਲ ਠੀਕ ਹੁੰਦੀ ਸੀ। ਅੱਜ ਗੱਲ ਆਪਾਂ ਇਹ ਕਰਨੀ ਆ ਕਿ ਆਖਰ ਅਲੀ ਇਜਾਜ਼ ਸਾਹਿਬ ਇੰਨੀ ਮੁਫਲਸੀ ਦੀ ਹਾਲਤ, ਔਰ ਇੰਨੀ ਜਿਵੇਂ ਕਹਿੰਦੇ ਨਾ ਕਿ ਗੁਰਬਤ ਦੀ ਹਾਲਤ 'ਚ ਕਿਸੇ ਦੂਸਰੇ ਆਦਮੀ ਨੇ, ਉਹਦੇ ਫੈਨ ਨੇ, ਉਹਦੇ ਨਾਲ ਪਿਆਰ ਕਰਨ ਵਾਲੇ ਨੇ ਆਪਣੇ ਘਰ 'ਚ ਕਿਉਂ ਰੱਖਿਆ ਛੱਡਿਆ, ਉਹਦੇ ਆਪਣੇ ਘਰ ਵਾਲਿਆਂ ਨੇ ਉਹਨੂੰ ਕਿਉਂ ਕੱਢ ਛੱਡਿਆ। ਅੱਜ ਆਪਾਂ ਇੱਥੇ ਗੱਲ ਕਰਨੀ ਆ। ਗੱਲ ਇਹ ਹੈਗੀ ਜਨਾਬ ਕਿ ਦੇਖਿਆ ਜਾਵੇ ਨਾ ਤੇ ਮਕਸਦ ਇਹ ਆ ਕਿ ਉਹਨੂੰ ਆਪਣੇ ਘਰ 'ਚ ਉਹ ਪਜ਼ੇਰਾਈ ਨਹੀਂ ਮਿਲੀ। ਉਹਨੂੰ ਆਪਣੇ ਨਾ ਜਿਵੇਂ ਕਹਿੰਦੇ ਬੀਵੀ ਬੱਚੇ ਉਹਨੂੰ ਪਸੰਦ ਹੀ ਨਹੀਂ ਸੀ ਕਰਦੇ, ਉਸ ਤੋਂ ਨਫ਼ਰਤ ਕਰਨ ਲੱਗ ਪਏ ਸੀ। ਮਕਸਦ ਇਹ ਉਹਨੂੰ ਬੁਲਾ ਕੇ ਰਾਜ਼ੀ ਨਹੀਂ ਸੀ ਹੈਗੇ। ਹੱਤਾ ਕਿ ਇੱਥੇ ਤੱਕ ਵੀ ਟਾਈਮ ਆਇਆ ਵਾ ਕਿ ਅਲੀ ਇਜਾਜ਼ ਸਾਹਿਬ ਕਹਿੰਦੇ ਆ ਕਿ ਮੈਂ ਨਾ ਆਪਣੀ ਕੋਠੀ ਦੇ ਉੱਤੇ ਛੱਤ 'ਤੇ ਜਿਹੜਾ ਇੱਕ ਕਮਰਾ ਹੁੰਦਾ ਵਾ, ਸਟੋਰ ਰੂਮ 'ਚ ਵੀ ਮੈਂ ਚੰਦ ਮਹੀਨੇ ਜਾਂ ਚੰਦ ਦਿਨ ਜਾਂ ਸਾਲ ਵੀ ਰਿਹਾ ਵਾਂ, ਕਿ ਜਿੱਥੇ ਇੱਕ ਛੋਟੀ ਜਿਹਾ ਇੱਕ ਬਰਤਨ, ਇੱਕ ਕੋਈ ਪਤੀਲੀ ਟਾਈਪ ਦੇ ਕੋਈ ਚੀਜ਼, ਅਤੇ ਨਾਲ ਕੋਈ ਦੋ ਪਾਪੇ ਰਸ ਵਗੈਰਾ ਉਹ ਆਣ ਕੇ ਕਿਸੇ ਮੁਲਾਜ਼ਮ ਨੇ ਦੇ ਜਾਣੇ, ਅਤੇ ਮੈਂ ਉਹ ਕਈ ਦਫਾ ਖੁਦ ਚੁੱਕ ਲੈਣੇ, ਔਰ ਕਈ ਦਫਾ ਜਿਹੜਾ ਉਹਨੇ ਮੈਨੂੰ ਮੁਲਾਜ਼ਮ ਨੇ ਪਕੜਾ ਦੇਣੇ, ਕਹਿ ਦੇਣਾ ਜਾ ਦੇ ਆ ਯਾਰ ਉਹਨੂੰ। ਉਹ ਸਾਰੀਆਂ ਕੋਠੀਆਂ ਜਿਹੜੀਆਂ ਸੀ ਬਣਾਉਣ ਵਾਲਾ, ਉਹ ਬਿਲਡਿੰਗਾਂ ਬਣਾਉਣ ਵਾਲੇ ਨਾਲ ਇਹ ਸਲੂਕ ਕਿਉਂ ਆਖਰ? ਮਕਸਦ ਇਹ ਆ, ਇਹ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਦੇਖੋ ਜੀ, ਐਸਾ ਵਕਤ ਵੀ ਆ ਕਿ ਅਲੀ ਇਜਾਜ਼ ਸਾਹਿਬ ਕਹਿੰਦੇ ਆ ਕਿ ਜਿਹੜੀ ਆਪਣੀ ਗੱਡੀ ਹੈ ਨਾ, ਹਰ ਸਾਲ ਨਵਾਂ ਮਾਡਲ ਚੇਂਜ ਕਰਦੇ ਸੀ। ਮਕਸਦ ਇਹ ਆ, ਅਤੇ ਬੱਚਿਆਂ ਨੂੰ ਕੀ ਕੀਤਾ, ਉਹਨਾਂ ਬੱਚਿਆਂ ਨੇ ਇੰਨੀ ਨਫ਼ਰਤ ਕਿਉਂ ਕੀਤੀ, ਕੀ ਵਜ੍ਹਾ ਬਣੀ? ਮਕਸਦ ਇਹ ਆ ਕਿ ਦੇਖੋ ਜੀ ਕਿ ਇਹ ਹਾਲਤ ਸੀ ਕਿ ਕਹਿੰਦੇ ਆ ਕਿ ਅਲੀ ਇਜਾਜ਼ ਸਾਹਿਬ ਇੰਟਰਵਿਊ ਪਏ ਹੋਣੇ ਆ YouTube 'ਤੇ, ਇੰਟਰਵਿਊ ਬਹੁਤ ਸਾਰੇ ਪਏ, ਉਹਦੇ ਚੈੱਕ ਕਰੋ, ਤੁਸੀਂ ਦੇਖੋ। ਮਕਸਦ ਇਹ ਆ ਕਿ ਕਹਿੰਦੇ ਆ ਕਿ ਇਹਨਾਂ ਨਾਲ ਇਹ ਹਾਲਤ ਹੋ ਗਈ ਸੀ ਬੱਚਿਆਂ ਦੀ ਕਿ ਜੇ ਕਿਤੇ ਭੁੱਲ ਕੇ ਆਣ ਕੇ ਉੱਥੇ ਕਿਤੇ ਇਕੱਠੇ ਬੱਚੇ ਹੋਏ ਆ, ਦਿਲ ਨਹੀਂ ਕਰਦਾ ਯਾਰ, ਦਿਲ ਨਹੀਂ ਕਰਦਾ ਕਿ ਮੈਂ ਆਪਣੇ ਬੱਚਿਆਂ 'ਚ ਬੈਠਾ, ਮੈਨੂੰ ਬੱਚੇ ਪੁੱਛਣ, ਮੇਰੀ ਕੋਈ ਕਦੀ ਹਾਲਤ ਦੇਖ ਲੈਣ, ਕਦੀ ਮੈਨੂੰ ਹੋਰ ਕੁਛ ਨਹੀਂ, ਦੋ ਲਫ਼ਜ਼ ਪਿਆਰ ਦੇ ਮੁਹੱਬਤ ਦੇ ਹੀ ਬੋਲ ਲੈਣ। ਸਾਰੀ ਜ਼ਿੰਦਗੀ ਯਾਰ ਜ਼ਾਇਆ ਕੀਤੀ ਹੁੰਦੀ ਹੈ ਉਹਨਾਂ ਲੋਕਾਂ ਵਾਸਤੇ, ਐਡੀ ਕਿਹੜੀ ਗੱਲ ਹੋ ਗਈ ਦੱਸ ਮੈਨੂੰ ਭਲਾ। ਲੇਕਿਨ ਜੇ ਕਦੀ ਭੁੱਲ ਕੇ ਕਹਿੰਦੇ ਆ ਕਿ ਉਹਨੇ ਆ ਜਾਣਾ ਨਾ, ਜਿਵੇਂ ਬੈਡਰੂਮ 'ਚ ਬੈਠੇ ਆ ਸਾਰੇ, ਮਕਸਦ ਇਹ ਆ, ਅਤੇ ਆਣ ਕੇ ਬੈਠ ਗਿਆ, ਦੋ ਬੱਚਿਆਂ ਨਾਲ ਬੈਠ ਗਿਆ, ਅਤੇ ਵਾਰੀ ਬੱਚਿਆਂ ਨੇ ਉੱਠਣਾ, ਯਾਨੀ ਕਿ ਇੱਕ ਡੇਢ ਮਿੰਟ ਬਾਅਦ ਉਹ ਜਾਂਦੇ ਪਏ ਆ। ਉਹ ਕੀ ਵਜ੍ਹਾ ਬਈ, ਕਿਉਂ ਇਸ ਤਰ੍ਹਾਂ ਹੁੰਦਾ ਰਿਹਾ? ਕੀ ਗੱਲ ਆ ਕਿ ਉਸ ਗਰੀਬ ਆਦਮੀ ਨੂੰ ਉਸ ਵੇਲੇ ਉਸ ਨੂੰ ਕੋਈ ਐਸੀ ਅਛੂਤ ਦੀ ਮਰਜ਼ ਸੀ? ਮਕਸਦ ਇਹ ਕਿ ਜਿਹੜਾ ਮਕਸਦ ਇਹ ਉਹਦੇ ਕੋਲ ਬੈਠਣ ਨਾਲ ਉਹ ਸਾਰਿਆਂ ਨੂੰ ਕੋਈ ਬਹੁਤ ਸੰਗੀਨ ਬਿਮਾਰੀ ਲੱਗ ਜਾਣੀ ਸੀ। ਮਕਸਦ ਇਹ ਨਹੀਂ, ਕੋਈ ਐਸਾ ਗੱਲ ਨਹੀਂ ਸੀ ਹੈਗੀ। ਹਾਲਾਂਕਿ ਕਹਿੰਦੇ ਨੇ ਕਿ ਤਵੱਜੋ ਨਾ ਕਰਨ ਦੀ ਵਜ੍ਹਾ ਤੋਂ ਉਸ ਆਦਮੀ ਦਾ ਫਿਰ ਇਹ ਕੀ ਹੋਇਆ ਕਿ ਜਿਹੜਾ ਨਾ ਕਿ ਉਹਨੂੰ ਆਰਾਮ ਦੇ ਨਾਲ ਹੀ ਆਪਣਾ ਇਗਨੋਰ ਕਰ ਦਿੱਤਾ ਗਿਆ, ਉਹਨੂੰ ਪਿੱਛੇ ਕਰਕੇ ਅਤੇ ਬੇਯਾਰੋ ਮਦਦਗਾਰ ਮਰਨ ਵਾਸਤੇ ਛੋੜ ਦਿੱਤਾ ਗਿਆ। ਹਾਂਜੀ, ਇਹ ਜਨਾਬ, ਇਹ ਜਿਹੜੇ ਬਹੁਤ ਕੋਈ ਅੱਛੇ ਔਰ ਆਲਾ ਸ਼ਖਸੀਅਤ ਦੇ ਲੋਕ ਆ ਨਾ, ਜਿਹੜੇ ਬੜੇ ਰਾਈਟਰ ਕਿਸਮ ਦੇ ਲੋਕ ਆ, ਉਹਨਾਂ ਦਾ ਇਹ ਕਹਿਣਾ ਵਾ ਕਿ ਇਹ ਗੱਲ ਇਹ ਵਾਜ਼ੇ ਸਾਹਮਣੇ ਆਈ ਆ ਕਿ ਜਦੋਂ ਉਹਨੂੰ ਪੁੱਛਿਆ ਗਿਆ ਉਹਦੇ ਬੱਚਿਆਂ ਨੂੰ, ਉਹਨਾਂ ਨੇ ਕਿਹਾ ਜੀ ਇਹ ਐਕਟਰ ਸੀ, ਇੱਕ ਕਾਮੇਡੀਅਨ ਸੀ, ਕਾਮੇਡੀਅਨ ਐਕਟਰ, ਫਿਲਮਾਂ ਦਾ ਐਕਟਰ ਸੀ, ਅਤੇ ਫਿਲਮਾਂ ਦਾ ਐਕਟਰ ਜਿਹੜਾ ਹੁੰਦਾ ਵਾ ਉਹਨੂੰ ਅਤੇ ਅਸੀਂ ਤਾਂ ਉਹਨਾਂ ਨੂੰ ਕਹਿੰਦੇ ਹਾਂ ਵੀ ਇਹ ਕੰਜਰ ਲੋਕ ਆ, ਇਹ ਤਾਂ ਕੰਜਰਾਂ ਦਾ ਕੰਮ ਆ।
ਮਕਸਦ ਇਹ ਹੈ, ਉਹ ਭਾਈ ਸੋਚਿਆ ਜਾਵੇ ਤੇ ਇਹ ਅਗਰ ਕੰਜਰਾਂ ਵਾਲਾ ਕੰਮ ਸੀ ਜਾਂ ਸਾਰਾ ਹੀ ਇਹ ਕੰਮ ਬਹੁਤ ਖਰਾਬ ਸੀ, ਤੇ ਤੁਸੀਂ ਫਿਰ ਉਹਦੇ ਪੈਸੇ ਤੇ ਪੜ੍ਹਨ ਕਿਉਂ ਬਾਹਰ ਗਏ? ਉਹਦੇ ਪੈਸੇ ਤੇ ਇੰਨੀਆਂ ਅਯਾਸ਼ੀਆਂ ਕਿਉਂ ਕਰਦੇ ਰਹੇ? ਉਹਨੇ ਤੁਹਾਨੂੰ ਪੜ੍ਹਾਇਆ ਲਿਖਾਇਆ ਆਲਾ ਜਗ੍ਹਾ ਤੇ, ਯਕੀਨਨ ਕੋਈ ਤੁਸੀਂ ਜੋਬ ਵੀ ਕੋਈ ਅੱਛੀ ਕਰਦੇ ਹੋਵੋਗੇ, ਕੋਈ ਅਫੀਸਰ ਟਾਈਪ ਕਰਦੇ ਹੋਵੋਗੇ, ਕਿਆ ਨਹੀਂ ਉਹਨੇ ਸਾਰਾ ਕੰਮ ਕੀਤਾ? ਉਹ ਪੈਸਾ ਤੇ ਉਹਨੇ ਲਾਇਆ ਨਾ ਸਾਰਾ ਇਹ, ਜਾਂ ਤੁਸੀਂ ਜੰਮਦੇ ਹੀ ਅਮੀਰ ਸੀ? ਮਕਸਦ ਇਹ ਆ। ਔਰ ਇੰਨਾ ਖਰਚਾ ਕਰਕੇ ਅੱਜ ਜਿਹੜਾ ਘਰ ਹੈਗਾ ਵਾ, ਸਭ ਦੁਨੀਆ ਨੂੰ ਪਤਾ, ਜਿਹੜੀ ਕੋਠੀ ਹੈਗੀ ਅੱਜ ਤੁਹਾਡੇ ਕੋਲ ਆ, ਇਹ ਵੀ ਤੇ ਅਲੀ ਜਹਾਜ਼ ਦੀ ਬਣੀ ਹੋਈ ਆ। ਮਕਸਦ ਇਹ ਆ, ਅੱਜ ਤੁਹਾਨੂੰ ਆਪਣਾ ਬੈਕਗਰਾਉਂਡ ਯਾਦ ਆ ਗਿਆ ਕਿ ਅਸੀਂ ਸੈਯਦ ਖਾਨਦਾਨ ਨਾਲ ਤਾਲੁਕ ਆ, ਲਿਹਾਜ਼ਾ ਇਹਦੀ ਜਿਹੜੀ ਕਮਾਈ ਆ ਸਾਰੀ ਉਹ ਬੇਕਾਰ ਹੈਗੀ ਆ, ਅਸੀਂ ਇਹਨੂੰ ਨਾਪਸੰਦ ਕਰਦੇ ਹਾਂ ਤੇ ਅਸੀਂ ਇਹਨੂੰ ਘਰੋਂ ਕੱਢਦੇ ਹਾਂ, ਅਸੀਂ ਇਹਦੇ ਨਾਲ ਗੱਲਬਾਤ ਕਰਨਾ ਪਸੰਦ ਨਹੀਂ ਕਰਦੇ। ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਸਾਡੇ ਦੀਨ ਦਾ ਹੁਕਮ ਆ ਕਿ ਤੁਹਾਡੇ ਵਾਲਿदैन ਜਿਹੜੇ ਆ ਨਾ, ਬੇਸ਼ੱਕ ਉਹ ਗੈਰ ਮੁਸਲਿਮ ਵੀ ਕਿਉਂ ਨਹੀਂ, ਤੁਸੀਂ ਉਹਨਾਂ ਨਾਲ ਗਲਤ ਸਲੂਕ ਨਹੀਂ ਕਰ ਸਕਦੇ। ਮਕਸਦ ਇਹ, ਤੁਸੀਂ ਉਹਨਾਂ ਨਾਲ ਕੋਈ ਐਸਾ ਸਲੂਕ ਨਹੀਂ ਕਰ ਸਕਦੇ ਕਿ ਜਿਹਦੀ ਵਜ੍ਹਾ ਤੋਂ ਉਹ ਦਰ ਬਦਰ ਫਿਰਨ। ਤੇ ਯਾਰ ਉਹ ਤੇ ਇੱਕ ਅਸਾ ਜੇ ਸੋਚਿਆ ਜਾਵੇ, ਇਹ ਫਟਾਫਟ ਲਫ਼ਜ਼ ਤਾਂ ਬੋਲ ਦਿੱਤੇ ਆ ਜੀ, ਬੜਾ ਉਹਨੇ ਘਟੀਆ ਕੰਮ ਕਰਦਾ ਰਿਹਾ, ਬੜਾ ਫਿਲਮ ਇੰਡਸਟਰੀ ਕੰਜਰਾਂ ਵਾਲਾ ਕੰਮ ਹੈਗਾ, ਫਲਾਨ ਢੀਂਗਾ। ਕਿਹੜੀਆਂ ਫਿਲਮਾਂ 'ਚ ਵੀ ਐਸਾ ਕੰਜਰਾਂ ਵਾਲਾ ਕੰਮ ਕਰਦਾ ਰਿਹਾ? ਕਹਾਣੀ ਸੀ, ਕਿਸੇ ਮੌਜੂ 'ਤੇ ਬਣਾਉਂਦੇ ਸੀ, ਕੋਈ ਮਾਂ ਪਿਓ ਭੈਣ ਭਰਾ ਦਾ ਕੋਈ ਕਿੱਸਾ ਹੀ ਬਿਆਨ ਕਰਦੇ ਸੀ। ਮਕਸਦ ਇਹ ਆ, ਤੁਸੀਂ ਸੋਨਾ ਚਾਂਦੀ ਫਿਲਮ ਦੇਖ ਲਵੋ, ਤੁਹਾਨੂੰ ਕਦਰ ਦਾ ਪਤਾ ਲੱਗ ਜਾਵੇ ਕਿ ਆਪਣਿਆਂ ਦੀ ਕਦਰ ਕੀ ਹੁੰਦੀ ਹੈ। ਤੇ ਇਹਦੇ 'ਚ ਕਿੱਥੇ ਆ ਗਿਆ, ਕੀ ਐਸੀ ਖਰਾਬੀ ਆ ਗਈ ਹੈ? ਤੁਸੀਂ ਮੈਨੂੰ ਇਹ ਤਾਂ ਦੱਸੋ। ਫਿਰ ਇੰਨਾ ਪੈਸਾ ਉਹਦਾ ਇਸਤੇਮਾਲ ਕਰਨ ਤੋਂ ਬਾਅਦ, ਕੋਠੀਆਂ ਕਾਰਾਂ ਬੰਗਲੇ ਉਹਦੇ ਇਸਤੇਮਾਲ ਕਰਨ ਤੋਂ ਬਾਅਦ, ਫਿਰ ਤੁਹਾਨੂੰ ਭੈੜਾ ਲੱਗਣ ਲੱਗ ਪਿਆ ਉਹ। ਮਕਸਦ ਇਹ ਹੈ ਯਾਰ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਅਸੀਂ ਨਹੀਂ ਸਈਦਾਂ ਕਿਸ ਤਰ੍ਹਾਂ ਬੇਯਾਰੋ ਮਦਦਗਾਰ, ਔਰ ਵਿਚਾਰਾ ਕਿਸ ਤਰ੍ਹਾਂ ਉਹ ਇਸ ਜ਼ਿੰਦਗੀ ਤੋਂ, ਔਰ ਜਿਵੇਂ ਕਹਿੰਦੇ ਛੁਟਕਾਰਾ ਹਾਸਲ ਕੀਤਾ। ਔਰ ਸ਼ਾਇਦ ਕਹਿੰਦੇ ਆ ਕਿ ਕਈ ਦਫਾ ਇਹੋ ਜਿਹੇ ਲਫ਼ਜ਼ ਵੀ ਉਹਨੇ ਇਸਤੇਮਾਲ ਕੀਤੇ ਆ ਕਿ ਕਾਸ਼ ਕਿ ਮੈਂ ਅਦਾਕਾਰ ਨੰਨੇ ਤਰ੍ਹਾਂ ਅਗਰ ਉਦੋਂ ਹੀ ਆਪਣੇ ਆਪ ਨੂੰ ਖ਼ਤਮ ਕੀਤਾ ਹੁੰਦਾ, ਚਲੋ ਇਸ ਰੁਲਣ ਤੋਂ ਤਾਂ ਮੇਰੀ ਜਾਨ ਛੁੱਟ ਜਾਂਦੀ। ਮਕਸਦ ਇਹ ਯਾਰ, ਇਸ ਤਰ੍ਹਾਂ ਦਾ ਮਾਂ ਪਿਓ ਨਾਲ ਸਲੂਕ ਕਰੀਦਾ, ਇਹ ਹਾਲਤ ਹੈਗੀ ਆ। ਜੇ ਤੁਹਾਡੀ ਅੱਲਾ ਮਾफ़ ਕਰੇ, ਮੈਂ ਮਾफ़ੀ ਚਾਹੁੰਦਾ ਕਿ ਜੇ ਸਈਦਾਂ ਦੀ ਆਹ ਹਾਲਤ ਹੈਗੀ ਆ ਕਿ ਜਿਵੇਂ ਕਹਿੰਦੇ ਕਿ ਮਾਂ ਪਿਓ ਨਾਲ ਇਸ ਤਰ੍ਹਾਂ ਸਲੂਕ ਆ, ਤੇ ਫਿਰ ਸਾਡਾ ਕੋਈ ਹਾਲ ਨਹੀਂ ਹੈਗਾ। ਫਿਰ ਅਸੀਂ ਕਿਸੇ ਨੂੰ ਇਤਰਾਜ਼ ਨਹੀਂ ਕਰ ਸਕਦੇ। ਮਕਸਦ ਇਹ ਬਿਲਕੁਲ ਗਲਤ ਆ। ਉਵੇਂ ਕਹੋ ਕਿ ਤੁਹਾਨੂੰ ਉਹ ਪੈਸਾ ਚਾਹੀਦਾ ਸੀ, ਤੁਹਾਨੂੰ ਉਹਦੀਆਂ ਕੋਠੀਆਂ ਕਾਰਾਂ ਬੰਗਲੇ ਚਾਹੀਦੇ ਸੀ, ਉਹ ਤੁਸੀਂ ਜਿਹੜੇ ਨਾ, ਉਹ ਜਦੋਂ ਤੁਹਾਡੇ ਹੱਥ ਆਏ ਆ, ਉਹ ਫਿਰ ਬੇਕਾਰ ਹੋ ਗਿਆ। ਉਹ ਬੇਯਾਰੋ ਮਦਦਗਾਰ ਕਰਤਾ, ਉਹਨੂੰ ਕਿਸੇ ਕੰਮ ਦਾ ਨਹੀਂ, ਜਾ ਹੁਣ ਜਾ ਕੇ ਭਾਵੇਂ ਮਰ ਭਾਵੇਂ ਜੀ। ਅਸਲ ਗੱਲ ਇਹ ਸੀ। ਔਰ ਐਸਾ ਵਕਤ ਵੀ ਆਉਂਦਾ ਰਿਹਾ ਕਿ ਯਾਰ ਰਕਸ਼ਿਆਂ ਦੇ ਧੱਕੇ ਖਾਂਦਾ ਰਿਹਾ, ਗੱਡੀਆਂ ਉਹਦੀਆਂ ਤੁਸੀਂ ਇਸਤੇਮਾਲ ਕਰਦੇ ਰਹੇ ਹੋ। ਯਾਰ ਔਲਾਦ ਨੇ ਜੇ ਮਾਂ ਪਿਓ ਦਾ ਨਾ ਸੋਚਿਆ ਤੇ ਫਿਰ ਕੋਈ ਦੂਸਰਾ ਆਣ ਕੇ ਸੋਚੇਗਾ। ਮਕਸਦ ਇਹ ਆਪਣੇ ਮਾਂ ਪਿਓ ਆਬਾਓ ਅਜਦਾਦ ਉਹਨਾਂ ਦਾ ਹਰ ਤਰ੍ਹਾਂ ਦਾ ਉਹ ਸਪੋਰਟ ਕਰਦੇ ਆ। ਮਕਸਦ ਇਹ ਤੁਸੀਂ ਐਡਾ ਵੱਡਾ ਖਾਨਦਾਨ ਹੋ ਕੇ ਵੀ ਤੁਸੀਂ ਉਹਨੂੰ ਗਰੀਬ ਨੂੰ ਰੋਲ ਕੇ ਮਾਰ ਦਿੱਤਾ। ਹਾਲਾਂਕਿ ਉਹਦੀ ਫੌਤਗੀ ਨੂੰ ਕਾਫੀ ਅਰਸਾ ਹੋ ਗਿਆ ਵਾ, ਲੇਕਿਨ ਜਦੋਂ ਇੰਟਰਵਿਊ ਦੇਖਿਆ ਮੈਂ ਅਲੀ ਇਜਾਜ਼ ਸਾਹਿਬ ਦੀਆਂ ਗੱਲਾਂ ਸੁਣੀਆਂ, ਛੋੜ ਦਿਓ ਫਿਲਮ ਇੰਡਸਟਰੀ ਨੂੰ, ਲੇਕਿਨ ਮੈਨੂੰ ਬੜਾ ਦੁੱਖ ਹੋਇਆ ਇਸ ਚੀਜ਼ ਦਾ। ਯਾਰ ਮਾਂ ਪਿਓ ਨਾਲ ਇਹੋ ਜਿਹੇ ਸਲੂਕ ਵੀ ਹੁੰਦੇ ਆ। ਮਕਸਦ ਇਹ ਕਿੰਨੇ ਅਫਸੋਸ ਦੀ ਗੱਲ ਆ। ਔਰ ਯਕੀਨ ਕਰੋ ਕਿ ਬਸ ਨਾ, ਮੇਰੇ ਕੋਲ ਕੋਈ ਗੱਲ ਕਰਨ ਵਾਲੀ ਨਹੀਂ ਹੈ ਕਿ ਇਸ ਤਰ੍ਹਾਂ ਦਾ ਸਲੂਕ ਜਿਹੜਾ ਨਾ, ਉਹ ਤੁਹਾਨੂੰ ਬਿਲਕੁਲ ਨਹੀਂ ਸੀ ਕਰਨਾ ਚਾਹੀਦਾ। ਯਕੀਨ ਕਰੋ ਅਸੀਂ ਤੁਹਾਡੀ ਸਾਰਿਆਂ ਦੀ ਇੱਜ਼ਤ ਕਰਦੇ ਹਾਂ, ਔਰ ਯਕੀਨ ਕਰੋ ਕਿ ਉਹ ਕੁਛ ਯੂਟਿਊਬਰਾਂ ਨੇ ਇਹ ਗੱਲ ਕੀਤੀ ਹੈ ਵਾਕਈ ਕਿ ਜੇ ਤੁਸੀਂ ਨਾ ਸਾਡੇ ਵਾਸਤੇ ਉਹ ਘਰਾਣਾ ਵਾਕਈ ਨਾ ਹੁੰਦਾ ਨਾ, ਤਾਂ ਤੁਹਾਨੂੰ ਬਹੁਤ ਬੁਰਾ ਭਲਾ ਕਹਿੰਦੇ। ਮਕਸਦ ਇਹ ਕਿ ਕਿਆ ਇਸ ਤਰ੍ਹਾਂ ਮਾਂ ਪਿਓ ਨਾਲ ਸਲੂਕ ਕਰੀਦੇ ਹੁੰਦੇ ਯਾਰ, ਕਿ ਪਿਓ ਜਿਹਨੇ ਸਾਰੀ ਜ਼ਿੰਦਗੀ ਤੁਹਾਨੂੰ ਇੰਨਾ ਕੁਛ ਦਿੱਤਾ, ਤੁਸੀਂ ਉਹਦਾ ਆਹ ਹਾਲ ਕਰਤਾ। ਮੈਂ ਇੰਟਰਵਿਊ 'ਚ ਦੇਖਿਆ ਵਾ ਕਿ ਉਹ ਇੱਕ ਫੈਨ ਉਹਦਾ, ਮੈਨੂੰ ਯਾਰ ਮੇਰੇ ਜ਼ਿਹਨ 'ਚ ਨਾਮ ਨਿਕਲ ਗਿਆ, ਉਸ ਆਦਮੀ ਨੇ ਉਹਨੂੰ ਆਪਣੇ ਘਰ 'ਚ ਰੱਖਿਆ। ਮਕਸਦ ਇਹ ਆ ਉਹਦੀ ਆਓ ਭਗਤ, ਉਹਨੂੰ ਹਰ ਚੀਜ਼, ਉਹਨੂੰ ਆਪਣਾ ਦਫ਼ਤਰ ਉਹਦੇ ਹਵਾਲੇ ਕਰਤਾ। ਮਕਸਦ ਇਹ ਆਪਣੇ ਤਾਂ ਇਸ ਤਰ੍ਹਾਂ ਦੇ ਹੁੰਦੇ ਆ, ਤੁਸੀਂ ਆਪਣੇ ਹੋ। ਬਹਰਹਾਲ ਮੇਰੀ ਨਾ ਬੇਟਿਆਂ ਵੱਲੋਂ ਸਾਨੂੰ ਤੁਹਾਡੇ ਨਾਲ ਇਖਤਲਾਫਾਤ ਆ, ਔਰ ਤੁਹਾਡਾ ਜਿਹੜਾ ਸੀ ਨਾ ਅਟੈਕ, ਇਹ ਵੀ ਬਿਲਕੁਲ ਰੋਂਗ ਆ, ਗਲਤ ਆ ਬਿਲਕੁਲ। ਮਕਸਦ ਇਹ ਸਾਰੀ ਜ਼ਿੰਦਗੀ ਉਹਦਾ ਜਿਹੜਾ ਕਮਾਇਆ
ਤੇ ਜਿਹੜਾ ਉਹਦਾ ਜਿਹੜਾ ਨਾ ਅਸਾਸਾ ਉਹ ਇਸਤੇਮਾਲ ਕੀਤਾ ਤੇ ਬਾਅਦ 'ਚ ਉਹ ਗਲਤ ਹੋ ਗਿਆ। ਬਹਰਹਾਲ ਜੀ, ਇਹ ਜਿਹੜਾ ਗਮ ਆ ਇਹ ਇਸ ਕੌਮ ਨੂੰ ਵੀ ਰਵੇਗਾ ਤੁਹਾਡੇ ਵੱਲੋਂ, ਤੇ ਉਹਨਾਂ ਨੂੰ ਤਾਂ ਹੈ ਹੀ ਹੈ। ਹਸ਼ਰ ਦੇ ਦਿਨ ਮੈਂ ਵੇਖਾਂਗਾ ਕਿ ਤੁਸੀਂ ਐਜ਼ ਏ ਬੇਟੇ ਹੋਣ ਦੇ ਨਾਤੇ ਜਾਂ ਉਹਨਾਂ ਦੀ ਜਿਹੜੀ ਬੀਵੀ ਹੋਣ ਦੇ ਨਾਤੇ ਹਸ਼ਰ ਦੇ ਦਿਨ ਮਕਸਦ ਉਹ ਕੀ ਮੂੰਹ ਦਿਖਾਵੇਗੀ। ਕਿਉਂਕਿ ਸ਼ੌਹਰ ਦੀ ਜਿਸ ਤਰ੍ਹਾਂ ਸਾਡੇ ਮਜ਼ਹਬ 'ਚ ਬੀਵੀ ਨੂੰ ਹੁਕਮ ਦਿੱਤਾ ਗਿਆ, ਬੱਚਿਆਂ ਨੂੰ ਹੁਕਮ ਦਿੱਤਾ ਗਿਆ ਕਿ ਤੁਸੀਂ ਪੂਰੇ ਉਤਰੇ ਹੋ, ਨਹੀਂ। ਇਹ ਸੋਚ ਰੱਖਣਾ, ਇਹ ਯਾਦ ਰੱਖਣਾ, ਮਕਸਦ ਇਹ ਹੈ ਕਿ ਇਹਦਾ ਹਿਸਾਬ ਕਿਤਾਬ ਪੂਰੀ ਤਰ੍ਹਾਂ ਲਿਆ ਜਾਏਗਾ। ਬਹਰਹਾਲ ਅਲੀ ਇਜਾਜ਼ ਸਾਹਿਬ ਨੂੰ ਅੱਲਾਹ ਪਾਕ ਜੰਨਤੁਲ ਫਿਰਦੌਸ ਜਗ੍ਹਾ ਦੇਵੇ। ਮਕਸਦ ਇਹ ਆ ਅਗਰ ਛੋਟੇ ਮੋਟੇ ਸਗੀਰਾ ਕਬੀਰਾ ਸਭ ਗੁਨਾਹ ਮਾफ़ करे। ਮਕਸਦ ਇਹ ਆ ਲੇਕਿਨ ਕੋਈ ਉਹਨੇ ਕੰਮ ਐਸਾ ਵੀ ਬਹੁਤ ਬੁਰਾ ਕੋਈ ਕੰਮ ਨਹੀਂ ਕੀਤਾ। ਸ਼ੌਕ ਸੀ, ਸ਼ੌਕ ਲੈ ਆਇਆ। ਮਕਸਦ ਇਹ ਆ ਅੱਛਾ ਹੀ ਉਹਨਾਂ ਨੇ ਕੰਮ ਕੀਤਾ, ਕੋਈ ਪੈਗਾਮ ਵਾਲਾ ਕੀਤਾ। ਠੀਕ ਆ ਜੀ, ਇਨਸ਼ਾਅੱਲਾ ਕਿਸੇ ਨਵੇਂ ਵਲੌਗ ਨਾਲ ਫਿਰ ਹਾਜ਼ਰ ਖਿਦਮਤ ਹੋਵਾਂਗੇ। ਮੇਰੇ ਚੈਨਲ ਨੂੰ ਲਾਈਕ, ਸਬਸਕ੍ਰਾਈਬ, ਸ਼ੇਅਰ ਕਰ ਦਿਓ। ਓਕੇ ਜੀ, ਅਸਲਾਮ ਵਾਲੇਕੁਮ।